ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆਣ ਕੇ ਨਿਤਨੇਮ ਅਨੁਸਾਰ ਸਵਾ ਪਹਿਰ ਰਾਤ ਰਹਿੰਦੀ ਜਾਗ ਕੇ ਰਾਵੀ ਨਦੀ ਵਿੱਚ ਇਸ਼ਨਾਨ ਕਰਕੇ ਕਿਨਾਰੇ ਉੱਤੇ ਸਤਨਾਮ ਦੇ ਸਿਮਰਨ ਵਿੱਚ ਅੰਤਰ ਧਿਆਨ ਹੋ ਕੇ ਬੈਠ ਜਾਂਦੇ। ਜਦ 4 ਘੜੀ ਰਾਤ ਬਾਕੀ ਰਹਿ ਜਾਂਦੀ, ਆਪਣੀ ਧਰਮਸ਼ਾਲਾ ਵਿੱਚ ਆ ਬੈਠਦੇ ਅਤੇ ਸਤਨਾਮ ਦਾ ਕੀਰਤਨ ਸੁਣਦੇ। ਇੱਕ ਦਿਨ ਸੈਦੋ ਘਿਓ ਇੱਕ ਸ਼ਰਧਾਵਾਨ ਸਿੱਖ ਨੂੰ ਭਰਮ ਹੋ ਗਿਆ ਕਿ ਗੁਰੂ ਜੀ ਰਾਤ ਨੂੰ ਰਾਵੀ ਕਿਨਾਰੇ ਜਾ ਕੇ ਵਰਨ ਦੇਵਤਾ ਦੀ ਪੂਜਾ ਕਰਕੇ ਆਪਣੀ ਮਨੋਕਾਮਨਾ ਪ੍ਰਾਪਤ ਕਰਦੇ ਹਨ। ਵਰਨ ਦੀ ਪੂਜਾ ਕਰਕੇ ਹੀ ਇਹਨਾਂ ਨੂੰ ਇਤਨੀ ਕਰਾਮਾਤ ਦੀ ਸ਼ਕਤੀ ਮਿਲੀ ਹੈ। ਮੈਂ ਵੀ ਹੁਣ ਉਸ ਵਰਨ ਦੇਵਤਾ ਨੂੰ ਹੀ ਪੂਜਾਂਗਾ, ਜਿਸ ਨਾਲ ਮੈਂ ਵੀ ਬਹੁਤ ਸ਼ਕਤੀਵਾਨ ਹੋ ਜਾਵਾਂਗਾ। ਇਹ ਵਿਚਾਰ ਕਰਕੇ ਉਹ ਸਵਾ ਪਹਿਰ ਰਾਤ ਰਹਿੰਦੀ ਨੂੰ ਉੱਠ ਕੇ ਰਾਵੀ ਵੱਲ ਤੁਰਿਆ ਤਾਂ ਰਾਸਤੇ ਵਿੱਚ ਉਸ ਨੂੰ ਇੱਕ ਮਨੁੱਖ ਮਿਲਿਆ, ਜਿਸ ਨੇ ਹੱਥ ਵਿੱਚ ਮੱਛੀ ਫੜੀ ਹੋਈ ਸੀ। ਸੈਦੇ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ ਤੇ ਕਿੱਧਰ ਜਾ ਰਿਹਾ ਹੈ? ਤੂੰ ਇਸ ਰਾਤ ਸਮੇਂ ਚੋਰ ਹੈ ਜਾਂ ਕੋਈ ਹੋਰ? ਉਸ ਨੇ ਕਿਹਾ, ਮੈਂ ਚੋਰ ਯਾਰ ਨਹੀਂ ਹਾਂ, ਮੈਂ ਵਰਨ ਹਾਂ ਤੇ ਸਤਿਗੁਰੂ ਜੀ ਦੀ ਪੂਜਾ ਕਰਨ ਚੱਲਿਆ ਹਾਂ। ਮੈਂ ਨਿਤ ਪ੍ਰਤੀ ਉਹਨਾਂ ਦੀ ਪੂਜਾ ਤੇ ਦਰਸ਼ਨ ਕਰਦਾ ਹਾਂ। ਸੈਦਾ ਨੇ ਕਿਹਾ, ਮੇਰਾ ਤਾਂ ਇਹ ਵਿਚਾਰ ਸੀ ਕਿ ਗੁਰੂ ਜੀ ਤੇਰੀ ਪੂਜਾ ਕਰਦੇ ਹਨ, ਜਿਸ ਕਰਕੇ ਉਹਨਾਂ ਪਾਸ ਬਹੁਤ ਕਰਾਮਾਤ ਹੋ ਗਈ ਹੈ। ਵਰਨ ਨੇ ਕਿਹਾ, ਜਗਤ ਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਨੇ ਆਪਣਾ ਗੁਰੂ ਨਾਨਕ ਸਰੀਰ ਧਾਰਨ ਕੀਤਾ ਹੈ। ਤੂੰ ਦ੍ਰਿੜ ਨਿਸ਼ਚਾ ਧਾਰ ਕੇ ਉਹਨਾਂ ਦੇ ਚਰਨ ਕਮਲਾਂ ਦੀ ਸੇਵਾ ਕਰ। ਵਰਨ ਪਾਸੋਂ ਇਹ ਗੱਲ ਸੁਣ ਕੇ ਸੈਦਾ ਗੁਰੂ ਜੀ ਪਾਸ ਆਣ ਬੈਠਾ ਤੇ ਕਹਿਣ ਲੱਗਾ, ਮਹਾਰਾਜ, ਮੈਂ ਮੂਰਖ ਨੇ ਤੁਹਾਡਾ ਭੇਤ ਨਹੀਂ ਪਾਇਆ, ਜਿਸ ਕਰਕੇ ਭਰਮ ਗਿਆ ਸੀ, ਪਰ ਹੁਣ ਮੈਂ ਤੁਹਾਡਾ ਪ੍ਰਤਾਪ ਜਾਣ ਲਿਆ ਹੈ। ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਸ ਦੇ ਵਾਸਤੇ ਇੱਕ ਸ਼ਬਦ ਵੀ ਉਚਾਰਨ ਕੀਤਾ ਸੀ ਤੇ ਬਚਨ ਸੁਣ ਕੇ ਸੈਦੇ ਦੇ ਮਨ ਵਿੱਚ ਦ੍ਰਿੜ ਸ਼ਰਧਾ ਹੋ ਗਈ ਅਤੇ ਉਹ ਨਾਮ ਸਿਮਰਨ ਤੇ ਸੇਵਾ ਵਿੱਚ ਮਨ ਤਨ ਇੱਕ ਕਰਕੇ ਲੱਗ ਗਿਆ। ਇੱਕ ਦਿਨ ਆਪ ਜੀ ਤੋਂ ਇੱਕ ਆਦਮੀ ਨੇ ਪੁੱਛਿਆ, ਮਹਾਰਾਜ, ਮੈਂ ਕਿਹੜੀ ਚੀਜ਼ ਧਾਰਨ ਕਰਾਂ, ਸਿੱਖੀ ਜਾਂ ਫਕੀਰੀ ਜਾਂ ਫਿਰ ਗ੍ਰਹਿਸਥ ਧਰਮ ਗ੍ਰਹਿਣ ਕਰਾਂ? ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪਹਿਲਾਂ ਤੂੰ ਇਹ ਕੰਮ ਕਰ ਕਿ ਸਾਡੀ ਅਰਦਾਸ ਲੈ ਕੇ ਉਸ ਪਿੰਡ ਸਾਡੇ ਸਿੱਖ ਪਾਸ ਜਾ। ਉਸ ਪਾਸੋਂ ਪਹਿਲਾਂ 200 ਰੁਪਏ ਲੈ ਕੇ ਫਿਰ ਉਸ ਦੇ ਘਰੋਂ ਭੋਜਨ ਛਕਣਾ। ਫਿਰ ਜਦ ਤੂੰ ਕੰਮ ਕਰਕੇ ਵਾਪਸ ਆਵੇਂਗਾ ਤਾਂ ਤੇਰੇ ਪ੍ਰਸ਼ਨ ਦਾ ਉੱਤਰ ਦੇਵਾਂਗੇ। ਜਦ ਇਹ ਹੁਕਮਨਾਮਾ ਲੈ ਕੇ ਉਹ ਸਿੱਖ ਦੇ ਘਰ ਪਹੁੰਚਿਆ ਤਾਂ ਉਸਨੇ ਇਸ ਦਾ ਬੜਾ ਆਦਰ ਸਤਿਕਾਰ ਕਰਕੇ ਪ੍ਰਸ਼ਾਦ ਪਾਣੀ ਪੁੱਛਿਆ। ਤਦ ਹੁਕਮਨਾਮੀਏ ਸਿੱਖ ਨੇ ਆਖਿਆ ਕਿ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 200 ਰੁਪਇਆ ਲੈ ਕੇ ਫਿਰ ਪ੍ਰਸ਼ਾਦ ਪਾਣੀ ਛਕਣਾ। ਇਹ ਗੱਲ ਸੁਣ ਕੇ ਸਿੱਖ ਚੁੱਪ ਕਰਕੇ ਸੋਚਣ ਲੱਗ ਪਿਆ ਕਿ ਇਤਨਾ ਰੁਪਇਆ ਕਿੱਥੋਂ ਦਿਆਂ। ਪਤੀ ਨੂੰ ਇਸ ਤਰ੍ਹਾਂ ਸੋਚਾਂ ਵਿੱਚ ਪਿਆ ਵੇਖ ਕੇ ਉਸ ਦੀ ਇਸਤਰੀ ਨੇ ਪੁੱਛਿਆ ਕਿ ਆਪ ਸੋਚਾਂ ਵਿੱਚ ਕਿਉਂ ਪੈ ਗਏ ਹੋ? ਜਦ ਸਿੱਖ ਨੇ ਆਪਣੀ ਇਸਤਰੀ ਨੂੰ ਗੁਰੂ ਜੀ ਦਾ ਹੁਕਮ ਦੱਸਿਆ ਤਾਂ ਉਸਨੇ ਕਿਹਾ, ਜਿਹੜਾ ਇੱਕ ਸ਼ਾਹੂਕਾਰ ਤੁਹਾਨੂੰ 500 ਰੁਪਇਆ ਦੇ ਕੇ ਸਾਡੀ ਜਵਾਨ ਲੜਕੀ ਦਾ ਰਿਸ਼ਤਾ ਮੰਗਦਾ ਸੀ ਤੇ ਅਸਾਂ ਪਾਪ ਸਮਝ ਕੇ ਲੜਕੀ ਦਾ ਰੁਪਇਆ ਸਵੀਕਾਰ ਨਹੀਂ ਕੀਤਾ ਸੀ, ਹੁਣ ਉਸ ਨੂੰ ਲੜਕੀ ਦਾ ਰਿਸ਼ਤਾ ਮੰਨ ਕੇ ਗੁਰੂ ਦਾ ਬਚਨ ਪੂਰਾ ਕਰਨ ਵਾਸਤੇ 200 ਰੁਪਇਆ ਲੈ ਆਓ ਤੇ ਸਿੱਖ ਨੂੰ ਦੇ ਕੇ ਪ੍ਰਸ਼ਾਦ ਛਕਾਓ। ਸਿੱਖ ਨੇ ਇਸਤਰੀ ਦੀ ਇਹ ਸਲਾਹ ਲੈ ਕੇ ਸ਼ਾਹੂਕਾਰ ਪਾਸ ਜਾ ਕੇ ਲੜਕੀ ਦੇ ਸਾਕ ਦੀ ਗੱਲ ਕੀਤੀ, ਮਗਰ 250 ਰੁਪਇਆ ਪੇਸ਼ਗੀ ਮੰਗੇ। ਸ਼ਾਹੂਕਾਰ ਨੇ ਕਿਹਾ, ਤੂੰ ਹੋਰ ਵਧੇਰੇ ਧਨ ਲੈ ਲੈ ਤੇ ਆਪਣੇ ਸਾਰੇ ਕੰਮ ਸਾਰ ਲੈ, ਮੇਰੇ ਪਾਸ ਬਹੁਤ ਧਨ ਹੈ, ਤੂੰ ਆਪਣੀ ਗਰੀਬੀ ਇੱਕ ਵਾਰ ਦੂਰ ਕਰ ਲੈ। ਸਿੱਖ ਨੇ ਕਿਹਾ, ਸ਼ਾਹੂਕਾਰ ਜੀ, ਮੈਨੂੰ ਹੋਰ ਵਧੇਰੇ ਧਨ ਦੀ ਲੋੜ ਨਹੀਂ, ਕੇਵਲ 250 ਰੁਪਇਆ ਹੀ ਚਾਹੀਦਾ ਹੈ। ਤਦ ਉਸ ਸ਼ਾਹੂਕਾਰ ਨੇ 250 ਰੁਪਇਆ ਉਸ ਨੂੰ ਦੇ ਦਿੱਤਾ ਅਤੇ ਉਸਨੇ ਲਿਆ ਕੇ ਸਿੱਖ ਨੂੰ ਕਿਹਾ ਕਿ ਆ 200 ਗੁਰੂ ਜੀ ਨੂੰ ਮੱਥਾ ਟੇਕ ਦੇਣਾ ਤੇ ਆ 50 ਤੇਰੀ ਭੇਟਾ ਹਨ। ਉਪਰੰਤ ਸਿੱਖ ਨੂੰ ਪ੍ਰਸ਼ਾਦ ਛਕਾ ਕੇ ਵਿਦਾ ਕਰ ਦਿੱਤਾ। ਰਾਸਤੇ ਵਿੱਚ ਹੁਕਮਨਾਮੀਆਂ ਦੁਪਹਿਰ ਸਮੇਂ ਤੱਕ ਕੇ ਇੱਕ ਸਾਧੂ ਪਾਸ ਬੈਠ ਗਿਆ। ਪਿੱਛੋਂ ਇੱਕ ਸ਼ਾਹੂਕਾਰ ਆਇਆ। ਉਸਨੇ ਸੰਤ ਰੂਪ ਸਾਧੂ ਨੂੰ ਇੱਕ ਦੁਸ਼ਾਲਾ ਅਤੇ ਮਿੱਠਾ ਭੋਜਨ ਭੇਟਾ ਕਰਕੇ ਮੱਥਾ ਟੇਕਿਆ। ਉਸ ਦੇ ਪਿੱਛੋਂ ਇੱਕ ਰਾਹੀ ਆਇਆ। ਉਹ ਸਾਧੂ ਅੱਗੋਂ ਦੁਸ਼ਾਲਾ ਚੁੱਕ ਕੇ ਲੈ ਗਿਆ, ਪਰ ਸਾਧੂ ਨੇ ਦੇਣ ਵਾਲੇ ਨੂੰ ਭਲਾ ਤੇ ਚੁੱਕ ਕੇ ਲੈ ਜਾਣ ਵਾਲੇ ਨੂੰ ਬੁਰਾ ਕੁਝ ਨਾ ਕਿਹਾ। ਸਭ ਕੁਝ ਵੇਖ ਕੇ ਵੀ ਚੁੱਪ ਕਰਕੇ ਇੱਕ ਸਮਾਨ ਹੀ ਬੈਠਾ ਰਿਹਾ। ਇਹ ਕੌਤਕ ਵੇਖ ਕੇ ਹੁਕਮਨਾਮੀਆਂ ਸਿੱਖ ਹੈਰਾਨ ਹੋ ਕੇ ਆਪਣੇ ਰਾਸਤੇ ਤੁਰ ਪਿਆ। ਅੱਗੇ ਜਾ ਕੇ ਜਦ ਰਾਤ ਪੈ ਗਈ ਤਾਂ ਇੱਕ ਬ੍ਰਿਛ ਹੇਠਾਂ ਡੇਰਾ ਲਾ ਕੇ ਬੈਠ ਗਿਆ। ਉਸ ਬ੍ਰਿਛ ਉੱਤੇ ਪੰਛੀਆਂ ਦਾ ਇੱਕ ਜੋੜਾ ਰਹਿੰਦਾ ਸੀ।
ਉਹਨਾਂ ਵਿਚਾਰਿਆ ਕਿ ਸਾਡੇ ਘਰ ਪ੍ਰਾਹੁਣਾ ਆਇਆ ਹੈ, ਸਾਡਾ ਧਰਮ ਹੈ ਕਿ ਇਸ ਨੂੰ ਭੋਜਨ ਦਈਏ। ਇਸ ਤਰ੍ਹਾਂ ਆਖ ਕੇ ਨਰ ਪੰਛੀ ਨੇ ਪਿੰਡ ਵਿੱਚੋਂ ਆਪਣੀ ਚੁੰਝ ਵਿੱਚ ਅੱਗ ਦੀ ਚੰਗਿਆੜੀ ਲਿਆ ਕੇ ਸਿੱਖ ਦੇ ਪਾਸ ਸੁੱਟ ਦਿੱਤੀ। ਫਿਰ ਜਦ ਸਿੱਖ ਨੇ ਕੱਖ ਕਾਨ ਇਕੱਠੇ ਕਰਕੇ ਅੱਗ ਬਾਲੀ ਤਾਂ ਉਸ ਪੰਛੀ ਦੀ ਇਸਤਰੀ ਡਿੱਗ ਪਈ ਅਤੇ ਉਪਰੰਤ ਪੰਛੀ ਆਪ ਵੀ ਉਸ ਅਗਨੀ ਵਿੱਚ ਡਿੱਗ ਪਿਆ। ਸਿੱਖ ਨੂੰ ਬਹੁਤ ਭੁੱਖ ਲੱਗੀ ਹੋਈ ਸੀ, ਉਹ ਦੋਹਾਂ ਪੰਛੀਆਂ ਨੂੰ ਭੁੰਨ ਕੇ ਖਾ ਗਿਆ। ਸਵੇਰੇ ਚੱਲ ਕੇ ਜਦ ਗੁਰੂ ਜੀ ਪਾਸ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ ਕਿ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ ਹੈ ਕਿ ਨਹੀਂ। ਉਸਨੇ ਕਿਹਾ, ਮਹਾਰਾਜ ਮੈਨੂੰ ਤਾਂ ਕੁਝ ਸਮਝ ਨਹੀਂ ਆਈ, ਆਪ ਸਮਝਾਵੋਗੇ ਤਾਂ ਸਮਝਾਂਗਾ। ਗੁਰੂ ਜੀ ਨੇ ਫਰਮਾਇਆ, ਜੇ ਸਿੱਖ ਬਣਨਾ ਹੋਵੇ ਤਾਂ ਉਸ ਸਿੱਖ ਵਰਗੇ ਬਣੋ ਜਿਸ ਨੇ ਸਭ ਕੁਝ ਗੁਰੂ ਦਾ ਜਾਣ ਕੇ ਲੜਕੀ ਵੇਚ ਕੇ ਤੈਨੂੰ ਪੈਸੇ ਲਿਆ ਕੇ ਦਿੱਤੇ ਸਨ। ਜੇਕਰ ਫਕੀਰੀ ਕਰਨੀ ਚਾਹਵੇਂ ਤਾਂ ਉਸ ਸਾਧੂ ਵਰਗੀ ਕਰ ਜਿਸ ਨੂੰ ਆਏ ਦੀ ਖੁਸ਼ੀ ਤੇ ਗਏ ਦੀ ਗਮੀ ਨਹੀਂ ਹੋਈ। ਜੇ ਤੂੰ ਗ੍ਰਹਿਸਥ ਧਰਮ ਕਰਨਾ ਚਾਹੇ ਤਾਂ ਫਿਰ ਉਹਨਾਂ ਪੰਛੀਆਂ ਵਾਂਗੂ ਆਪਾ ਵਾਰ ਕੇ ਅਤੀਥੀ ਦੀ ਸੇਵਾ ਨੂੰ ਮੁੱਖ ਰੱਖਣਾ ਨਿਸ਼ਚੈ ਕਰ। ਇਹਨਾਂ ਤਿੰਨਾਂ ਨੂੰ ਵਿਚਾਰ ਕੇ ਜਿਹੜੀ ਗੱਲ ਤੈਨੂੰ ਚੰਗੀ ਲੱਗੇ, ਸਿੱਖੀ, ਫਕੀਰੀ ਜਾਂ ਗ੍ਰਹਿਸਥ, ਸੋ ਧਾਰਨ ਕਰ ਲੈ। ਤਦ ਉਸਨੇ ਹੱਥ ਜੋੜ ਕੇ ਕਿਹਾ, ਇਹ ਬਹੁਤ ਕਠਿਨ ਹਨ, ਮੇਰੇ ਪਾਸੋਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੋ ਸਕਦੀ। ਮੇਰੇ ਉੱਤੇ ਆਪ ਐਸੀ ਕਿਰਪਾ ਕਰੋ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਗੁਰੂ ਜੀ ਨੇ ਕਿਹਾ, ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰੋ, ਮਨ ਨੀਵਾਂ ਕਰਕੇ ਸਿੱਖਾਂ ਦੀ ਸੇਵਾ ਕਰੋ ਅਤੇ ਸਤਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਗਤੀ ਹੋ ਜਾਵੇਗੀ। ਇਸ ਤਰ੍ਹਾਂ ਦਾ ਉਪਦੇਸ਼ ਕਰਕੇ ਗੁਰੂ ਜੀ ਨੇ ਅਨੇਕਾਂ ਦਾ ਉਦਾਰ ਕੀਤਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।